ਵਿਦਿਆ ਇੰਗਲਿਸ਼ ਕਲਾਸਿਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਪੜ੍ਹਨ ਜਾ ਰਹੇ ਹਾਂ ਵਿਲੀਅਮ ਵਰਡਸਵਰਥ ਬਾਰੇ, ਜਿਸ ਨੂੰ ਅਸੀਂ ਨੇਚਰ ਦਾ ਪੋਇਟ ਵੀ ਕਹਿੰਦੇ ਹਾਂ। ਉਹਨਾਂ ਨੇ ਆਪਣੇ ਰਾਈਟਿੰਗ ਕੈਰੀਅਰ ਦੀ ਸ਼ੁਰੂਆਤ 1787 ਦੇ ਵਿੱਚ ਇੱਕ ਸੋਨੇਟ ਦੇ ਨਾਲ ਕੀਤੀ, ਜੋ ਕਿ ਦ ਯੂਰਪੀਅਨ ਮੈਗਜ਼ੀਨ ਦੇ ਵਿੱਚ ਪਬਲਿਸ਼ ਹੋਈ ਸੀ। ਇਹਨਾਂ ਦੀ ਪੋਇਟਰੀ ਦੇ ਉੱਪਰ ਬਹੁਤ ਜ਼ਿਆਦਾ ਪ੍ਰਭਾਵ ਰਿਹਾ ਵਿਲੀਅਮ ਗੌਡਵਿਨ ਦਾ, ਜੋ ਕਿ ਹਿਊਮਨ ਰਾਈਟਸ ਦਾ ਚੈਂਪੀਅਨ ਸੀ, ਅਤੇ ਉਹ ਹਰੇਕ ਸਮਾਜਿਕ ਇੰਸਟੀਟਿਊਸ਼ਨ ਜਾਂ ਅਥੋਰਟੀ ਨੂੰ ਕੁਐਸਚਨ ਕਰਦਾ ਸੀ, ਜਿਸ ਵਿੱਚ ਇੰਡੀਵਿਜੂਅਲ ਲਿਬਰਟੀ ਹੈ ਜਿਹੜੀ, ਉਸ ਨੂੰ ਦਬਾਇਆ ਜਾਂਦਾ ਸੀ ਜਾਂ ਉਸ ਨੂੰ ਕੁਚਲਿਆ ਜਾਂਦਾ ਸੀ। ਤਾਂ ਇਹ ਪੂਰਾ ਜਿਹੜਾ ਪ੍ਰਭਾਵ ਹੈ, ਪੂਰਾ ਫਰੈਂਚ ਰੈਵੋਲਿਊਸ਼ਨ ਦਾ ਹੀ ਜਿਹੜਾ ਪੂਰਾ ਪ੍ਰਭਾਵ ਹੈ, ਉਹ ਵਿਲੀਅਮ ਵਰਡਸਵਰਥ ਦੀ ਪੋਇਟਰੀ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦਾ ਹੈ। ਉਸ ਦਾ ਸਭ ਤੋਂ ਪ੍ਰਮੁੱਖ ਕੰਮ ਹੈ ਉਹ ਇੱਕ ਕਲੈਕਸ਼ਨ ਹੈ ਜਿਹੜੀ ਪੋਇਮਸ ਦੀ, ਜਿਹੜੀ ਕਿ ਲਿਰਿਕਲ ਬੈਲਡਸ ਦੇ ਨਾਮ ਹੇਠ ਛਪੀ ਹੈ। ਐਸ.ਟੀ. ਕਾਲਰਿਜ ਨੇ ਵੀ ਆਪਣੀਆਂ ਕੁਝ ਪੋਇਮਸ ਇਹਦੇ ਵਿੱਚ ਕੰਟਰੀਬਿਊਟ ਕੀਤੀਆਂ, ਜਿਨ੍ਹਾਂ ਦੇ ਵਿੱਚੋਂ ਰਾਈਮ ਆਫ ਦ ਐਨਸ਼ੀਐਂਟ ਮੈਰੀਨਰ ਉਹ ਬੜੀ ਪ੍ਰਮੁੱਖ ਕਵਿਤਾ ਹੈ। ਅਤੇ ਇਹ ਜਿਹੜੀ ਕਲੈਕਸ਼ਨ ਹੈ ਉਹ 1798 ਦੇ ਵਿੱਚ ਪਬਲਿਸ਼ ਹੋਈ ਹੈ, ਅਤੇ ਕਈ ਕ੍ਰਿਟਿਕਸ ਮੰਨਦੇ ਹੈ ਕਿ ਇਸੇ ਕਲੈਕਸ਼ਨ ਦੀ ਪਬਲੀਕੇਸ਼ਨ ਤੋਂ ਹੀ ਇੰਗਲੈਂਡ ਦੇ ਵਿੱਚ ਜਿਹੜੀ ਰੋਮੈਂਟਿਕ ਏਜ ਦਾ ਸ਼ੁਰੂਆਤ ਹੋਈ ਹੈ। ਅਤੇ ਇਸ ਦਾ ਸੈਕਿੰਡ ਐਡੀਸ਼ਨ, ਕਿਉਂਕਿ ਬਿਲਕੁਲ ਨਵੀਂ ਤਰ੍ਹਾਂ ਦੀ ਪੋਇਟਰੀ ਇਸ ਦੇ ਵਿੱਚ ਲਿਖੀ ਗਈ ਸੀ, ਤਾਂ ਇਸ ਪੋਇਟਰੀ ਦੇ ਉੱਪਰ ਅਪਰੋਚ ਕਰਨ ਦੇ ਲਈ ਜਾਂ ਇਸ ਨੂੰ ਜਸਟੀਫਾਈ ਕਰਨ ਦੇ ਲਈ ਵਿਲੀਅਮ ਵਰਡਸਵਰਥ ਨੇ ਪ੍ਰੀਫੇਸ ਲਿਖਿਆ ਇਸ ਦਾ, ਜੋ ਕਿ 1800 ਈਸਵੀ ਦੇ ਵਿੱਚ ਪਬਲਿਸ਼ ਹੋਇਆ। ਅਤੇ ਉਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਇਹ ਦੁਬਾਰਾ ਪਬਲਿਸ਼ ਕੀਤਾ ਗਿਆ 1802 ਦੇ ਵਿੱਚ। ਪੋਇਟਿਕ ਡਿਕਸ਼ਨ ਵੀ ਇਸ ਪ੍ਰੀਫੇਸ ਦੇ ਵਿੱਚ ਜਿਹੜਾ ਐਡ ਕੀਤਾ ਗਿਆ। ਅਤੇ ਇਸ ਦੇ ਪ੍ਰੀਫੇਸ ਦੇ ਵਿੱਚ ਉਹ ਪੋਇਟਰੀ ਬਾਰੇ ਦੱਸਦਾ ਹੈ ਕਿ ਪੋਇਟਰੀ ਕੀ ਹੁੰਦੀ ਹੈ। ਉਹ ਦੱਸਦਾ ਹੈ ਕਿ ਪੋਇਟਰੀ ਇੱਕ ਨਾ ਰੁਕਣ ਵਾਲੀਆਂ ਭਾਵਨਾਵਾਂ ਦਾ ਸੁੱਤੇ ਸਿੱਧ ਪ੍ਰਗਟਾਵਾ ਹੈ, ਜਿਨ੍ਹਾਂ ਨੂੰ ਅਸੀਂ ਰੋਕ ਨਹੀਂ ਸਕਦੇ, ਉਹਨਾਂ ਨੂੰ ਪ੍ਰਗਟਾਇਆ ਜਾਂਦਾ ਹੈ। ਉਹੀ ਉਸੇ ਚੀਜ਼ ਨੂੰ ਹੀ ਅਸੀਂ ਪੋਇਟਰੀ ਕਹਿੰਦੇ ਹਾਂ, ਜਿਹਨੂੰ ਅਸੀਂ ਜਿਹੜੇ ਆਪਣੇ ਐਕਸਪੀਰੀਅੰਸਿਸ ਹੈ ਉਹਨੂੰ ਵਰਡਸ ਦੇ ਜ਼ਰੀਏ ਲੋਕਾਂ ਤੱਕ ਪਹੁੰਚਾਉਂਦੇ ਹਾਂ। ਤਾਂ ਇਹ ਜਿਹੜੀ ਇਸੇ ਨੂੰ ਪੋਇਟਰੀ ਕਿਹਾ ਜਾਂਦਾ ਕਿ ਪਹਿਲਾਂ ਅਸੀਂ ਪੂਰਾ ਐਕਸਪੀਰੀਅੰਸ ਆਪਣੇ ਆਪ ਦੇ ਵਿੱਚ ਅਬਜ਼ਰਵ ਕਰਦੇ ਹਾਂ, ਉਸਨੂੰ ਐਕਸਪੀਰੀਅੰਸ ਕਰਦੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਉਹਨਾਂ ਨੂੰ ਦੁਬਾਰਾ ਤੋਂ ਯਾਦ ਕਰਦੇ ਹਾਂ, ਅਤੇ ਆਪਣੀ ਇਮੈਜੀਨੇਸ਼ਨ ਦੇ ਨਾਲ ਉਸ ਨੂੰ ਪੋਇਟਰੀ ਦੇ ਵਿੱਚ ਲਿਖਿਆ ਜਾਂਦਾ ਹੈ। ਤਾਂ ਅਗਲੀ ਗੱਲ ਉਹ ਇਸ ਵਿੱਚ ਕਹਿੰਦਾ ਹੈ ਕਿ ਪੋਇਟਰੀ ਹੈ ਜਿਹੜੀ, ਉਹ ਸਾਨੂੰ ਆਨੰਦ ਦੇਣ ਵਾਲੀ ਹੋਣੀ ਚਾਹੀਦੀ ਹੈ, ਅਤੇ ਨਾਲ ਦੀ ਨਾਲ ਸਾਨੂੰ ਟੀਚ ਵੀ ਉਹ ਕਰਨਾ ਚਾਹੀਦਾ ਪੋਇਟਰੀ ਨੂੰ, ਕਿ ਅਸੀਂ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਨਾਲ ਹੋਰ ਵਧੀਆ ਜਾਂ ਲੋਕਾਂ ਦੇ ਲਈ ਮਦਦ ਕਰਨ ਵਾਲਾ ਕਿਸ ਤਰ੍ਹਾਂ ਨਾਲ ਬਣਾ ਸਕਦੇ ਹਾਂ। ਤਾਂ ਇਹ ਪੋਇਟਰੀ ਦਾ ਜਿਹੜਾ ਉਦੇਸ਼ ਹੋਣਾ ਚਾਹੀਦਾ। ਅਤੇ ਅਗਲੀ ਗੱਲ ਦੇ ਵਿੱਚ ਵਰਡਸਵਰਥ ਫਿਰ ਤੋਂ ਇਹ ਗੱਲ ਕਹਿੰਦਾ ਹੈ ਕਿ ਇਹਦੇ ਜਿਹੜੇ ਸਬਜੈਕਟ ਮੈਟਰ ਹੈ ਜਿਹੜਾ ਪੋਇਟਰੀ ਦਾ, ਉਹ ਸਧਾਰਨ ਲੋਕਾਂ ਦਾ ਜੀਵਨ ਹੈ ਜਿਹੜਾ, ਜਾਂ ਰੂਰਲ ਬੈਕਗਰਾਊਂਡ ਹੈ ਜਿਹੜਾ, ਉਹ ਉਸ ਦੇ ਵਿੱਚ ਉਸੇ ਤਰ੍ਹਾਂ ਦੇ ਸਬਜੈਕਟ ਲਏ ਜਾਣੇ ਚਾਹੀਦੇ, ਜਿਸ ਦੇ ਵਿੱਚ ਹਰੇਕ ਵਿਅਕਤੀ ਦੀ ਗੱਲ ਹੋਵੇ। ਅਗਲੀ ਗੱਲ ਡਿਕਸ਼ਨ ਦੀ ਕਰਦਾ ਹੈ ਕਿ ਡਿਕਸ਼ਨ ਅਸੀਂ ਉਸ ਨੂੰ ਕਹਿੰਦੇ ਹਾਂ ਕਿ ਸਿਲੈਕਸ਼ਨ ਆਫ ਵਰਡਸ। ਜਦੋਂ ਅਸੀਂ ਕਵਿਤਾ ਲਿਖਦੇ ਹਾਂ ਤਾਂ ਉਹਦੇ ਵਿੱਚ ਕਿਸ ਤਰ੍ਹਾਂ ਦੇ ਸ਼ਬਦ ਅਸੀਂ ਚੋਣ ਕਰਦੇ ਹਾਂ। ਤਾਂ ਵਰਡਸਵਰਥ ਕਹਿੰਦਾ ਹੈ ਕਿ ਸਾਨੂੰ ਉਸ ਤਰ੍ਹਾਂ ਦੇ ਸ਼ਬਦਾਂ ਦੀ ਚੋਣ ਕਰਨੀ ਚਾਹੀਦੀ ਹੈ ਜਿਹੜੇ ਕਿ ਹਰੇਕ ਵਿਅਕਤੀ ਉਸ ਨੂੰ ਸਮਝ ਲਵੇ। ਉਸ ਦੇ ਲਈ ਵਿਅਕਤੀ ਨੂੰ ਜ਼ਿਆਦਾ ਪੜ੍ਹਾ ਲਿਖੇ ਹੋਣ ਦੀ ਜਾਂ ਪੋਇਟਰੀ ਦੀ ਸਮਝ ਹੋਣ ਦੀ ਜ਼ਰੂਰਤ ਨਹੀਂ ਹੈ। ਸ਼ਬਦ ਜਿਹੜੇ ਕੋਈ ਹਰੇਕ ਵਿਅਕਤੀ ਦੀ ਸਮਝ ਦੇ ਵਿੱਚ ਆਉਣ, ਪੋਇਟਰੀ ਸਾਰੇ ਲੋਕਾਂ ਲਈ ਹੋਣੀ ਚਾਹੀਦੀ ਹੈ, ਅਤੇ ਹਰੇਕ ਬੰਦਾ ਇਸ ਨੂੰ ਸਮਝ ਸਕਦਾ ਹੋਵੇ। ਤਾਂ ਇਸੇ ਕਲੈਕਸ਼ਨ ਦੇ ਵਿੱਚੋਂ ਕੁਝ ਪੋਇਮਸ ਹੈ ਜਿਹੜੀਆਂ, ਉਹਨਾਂ ਦਾ ਇੱਕ ਸਰਫੇਸ ਓਵਰਵਿਊ ਅਸੀਂ ਇਸ ਲੈਕਚਰ ਵਿੱਚ ਲਵਾਂਗੇ, ਜਿਨ੍ਹਾਂ ਦੇ ਵਿੱਚੋਂ ਵੀ ਆਰ 7 ਜੋ ਪੋਇਮ ਹੈ, ਇਸ ਦੇ ਵਿੱਚ ਵਰਡਸਵਰਥ ਜੋ ਕਵੀ ਹੈ, ਉਹ ਇੱਕ 8 ਸਾਲ ਦੀ ਲੜਕੀ ਨੂੰ, ਇੱਕ ਪਿੰਡ ਵਾਲੀ ਲੜਕੀ ਨੂੰ ਮਿਲਦਾ ਹੈ, ਅਤੇ ਉਹਦੇ ਤੋਂ ਪੁੱਛਦਾ ਹੈ ਕਿ ਉਹ ਕਿੰਨੇ ਭੈਣ ਭਾਈ ਹਨ। ਤਾਂ ਉਹ ਲੜਕੀ ਜਵਾਬ ਦਿੰਦੀ ਹੈ ਕਿ ਉਹ 7 ਹਨ। ਹਾਲਾਂਕਿ ਉਹ 2 ਉਸਦੇ ਉਹਨਾਂ ਭੈਣ ਭਾਈਆਂ ਨੂੰ ਵੀ ਉਹਦੇ ਵਿੱਚ ਐਡ ਕਰ ਰਹੀ ਹੈ, ਜਿਨ੍ਹਾਂ ਦੀ ਕਿ ਮੌਤ ਹੋ ਚੁੱਕੀ ਹੈ। ਤਾਂ ਅਗਲੀ ਜਿਹੜੀ ਪੋਇਮ ਹੈ ਦ ਟੇਬਲਸ ਟਰਨਡ, ਇਸ ਦੇ ਵਿੱਚ ਫਿਰ ਤੋਂ ਵਰਡਸਵਰਥ ਸਾਨੂੰ ਬੈਕ ਟੂ ਨੇਚਰ ਦੀ ਗੱਲ ਕਰਦਾ ਹੈ ਕਿ ਕਿਤਾਬਾਂ ਸਾਨੂੰ ਸਹੀ ਗਿਆਨ ਜਾਂ ਅਸਲ ਜਾਣਕਾਰੀ ਨਹੀਂ ਦਿੰਦੀਆਂ ਹਨ। ਸਾਨੂੰ ਅਸਲ ਗਿਆਨ ਨੇਚਰ ਦੀ ਕੰਪਨੀ ਦੇ ਵਿੱਚ ਹੀ ਮਿਲ ਸਕਦਾ ਹੈ। ਸਾਨੂੰ ਨੇਚਰ ਦੇ ਵਿੱਚ ਜਾਣਾ ਚਾਹੀਦਾ ਹੈ, ਅਤੇ ਸਾਨੂੰ ਉਸ ਤੋਂ ਹੀ ਨੇਚਰ ਨੂੰ ਆਪਣਾ ਟੀਚਰ ਬਣਾਉਣਾ ਚਾਹੀਦਾ ਹੈ। ਅਗਲੀ ਜਿਹੜੀ ਇਸ ਦੀ ਪੋਇਮ ਹੈ ਜੀ ਟਿੰਟਨ ਐਬੀ, ਇਸ ਦੇ ਵਿੱਚ ਉਹ ਜੋ ਵਾਈ ਰਿਵਰ ਹੈ ਉਸ ਦਾ ਜਿਹੜੀ ਡਿਸਕ੍ਰਿਪਸ਼ਨ ਹੈ ਉਹ ਇਸ ਪੋਇਮ ਦੇ ਵਿੱਚ ਕਰਦਾ ਹੈ। ਅਤੇ ਕਵੀ ਦੁਬਾਰਾ ਤੋਂ ਫਿਰ ਯਾਦ ਕਰਦਾ ਹੈ ਕਿ ਜਦੋਂ ਉਹ ਸ਼ਹਿਰ ਦੇ ਵਿੱਚ ਹੁੰਦਾ ਸੀ ਤਾਂ ਉਹ ਜਿਹੜਾ ਇਹ
ਐਕਸਪੀਰੀਅੰਸ ਹੈ, ਜੋ ਬਚਪਨ ਦੇ ਵਿੱਚ ਉਸਨੇ ਇਸ ਨਦੀ ਦੇ ਕਿਨਾਰੇ ਇਸ ਲੈਂਡਸਕੇਪ ਦੇ ਵਿੱਚ ਜੋ ਆਨੰਦ ਲਿਆ ਹੈ, ਉਹ ਸ਼ਹਿਰ ਦੇ ਵਿੱਚ ਕਿਤੇ ਜਾ ਕੇ ਗਵਾਚ ਗਿਆ। ਅਗਲੀ ਜਿਹੜੀ ਇਸ ਦੀ ਪੋਇਮ ਹੈ ਉਹ ਲੂਸੀ ਗ੍ਰੇ, ਬਹੁਤ ਫੇਮਸ ਪੋਇਮ ਹੈ, ਜਿਸ ਦੇ ਵਿੱਚ ਉਸ ਲੜਕੀ ਦੀ ਗੱਲ ਕਰਦਾ ਹੈ ਜੋ ਆਪਣੀ ਮਦਰ ਨੂੰ ਲੱਭਣ ਗਈ ਸੀ ਅਤੇ ਉਹ ਤੂਫਾਨ ਦੇ ਵਿੱਚ ਫਸਣ ਕਰਕੇ ਉਸਦੀ ਮੌਤ ਹੋ ਗਈ ਸੀ। ਤਾਂ ਉਸ ਨੂੰ ਦੁਬਾਰਾ ਤੋਂ ਉਹਦੀ ਜਿਹੜੀ ਲੂਸੀ ਦੀ ਉਹ ਯਾਦ ਹੈ ਜਿਹੜੀ ਇਸ ਕਵਿਤਾ ਦੇ ਵਿੱਚ ਕਰਦਾ ਹੈ। ਅਗਲੀ ਜਿਹੜੀ ਇਸ ਦੀ ਪੋਇਮ ਹੈ ਜੀ ਮਾਈਕਲ। ਮਾਈਕਲ ਵੀ ਇੱਕ ਕੰਟਰੀ ਸਾਈਡ ਦਾ ਇੱਕ ਆਜਰੀ ਹੈ, ਜੋ ਕਿ ਆਪਣੇ ਇੱਕ ਬੇਟਾ ਅਤੇ ਆਪਣੀ ਪਤਨੀ ਦੇ ਨਾਲ ਪਿੰਡ ਦੇ ਵਿੱਚ ਰਹਿੰਦਾ ਹੈ। ਤਾਂ ਉਹ ਆਪਣੇ ਬੇਟੇ ਨੂੰ ਸ਼ਹਿਰ ਦੇ ਵਿੱਚ ਕੁਝ ਵਪਾਰ ਕਰਨ ਦੇ ਲਈ ਜਾਂ ਕੁਝ ਵਪਾਰ ਦੀਆਂ ਗੱਲਾਂ ਸਿੱਖਣ ਦੇ ਲਈ ਭੇਜਦਾ ਹੈ। ਪਰ ਉੱਥੇ ਜਾ ਕੇ ਉਹ ਜਿਹੜਾ ਲੜਕਾ ਹੈ ਉਹ ਬੁਰੀ ਸੰਗਤ ਦੇ ਵਿੱਚ ਪੈ ਜਾਂਦਾ ਹੈ ਅਤੇ ਇਹ ਦੋਨੇ ਜਿਹੜੇ ਹਸਬੈਂਡ ਐਂਡ ਵਾਈਫ ਹੈ, ਮਾਈਕਲ ਅਤੇ ਉਸਦੀ ਵਾਈਫ ਹੈ ਜਿਹੜੀ, ਉਹ ਉਹਨੂੰ ਬਿਨਾਂ ਦੇਖੇ ਹੀ ਟ੍ਰੈਜਿਕਲੀ ਉਹਨਾਂ ਦੀ ਡੈਥ ਹੋ ਜਾਂਦੀ ਹੈ। ਅਗਲੀ ਜਿਹੜੀ ਪੋਇਮ ਹੈ ਜੀ ਸੋਲੀਟਰੀ ਰੀਪਰ। ਇਸ ਕਵਿਤਾ ਦੇ ਵਿੱਚ ਇੱਕ ਪਿੰਡ ਦੀ ਲੜਕੀ ਹੈ ਜੋ ਖੇਤ ਦੇ ਵਿੱਚ ਕਟਾਈ ਦਾ ਕੰਮ ਕਰ ਰਹੀ ਹੈ ਅਤੇ ਨਾਲ ਦੀ ਨਾਲ ਉਹ ਇੱਕ ਗੀਤ ਵੀ ਗਾ ਰਹੀ ਹੈ। ਤਾਂ ਕਵੀ ਹੈ ਜਿਹੜਾ ਉਹ ਉਸ ਨੂੰ ਦੁਬਾਰਾ ਤੋਂ ਰਿਕੁਐਸਟ ਕਰਦਾ ਹੈ ਕਿ ਉਹ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਦਾ ਜਿਹੜਾ ਐਕਸਪੀਰੀਅੰਸ ਹੈ, ਉਸੇ ਤਰ੍ਹਾਂ ਦਾ ਜਿਹੜਾ ਸੰਗੀਤ ਹੈ ਉਹ ਗਾਵੇ, ਜਿਹੜਾ ਕਿ ਉਸ ਨੂੰ ਬੜਾ ਆਨੰਦ ਦੇਣ ਵਾਲਾ ਐਕਸਪੀਰੀਅੰਸ ਲੱਗਦਾ ਹੈ। ਅਤੇ ਉਹ ਨਹੀਂ ਚਾਹੁੰਦਾ ਕਿ ਕੋਈ ਵੀ ਉਸ ਨੂੰ ਇਸ ਸੰਗੀਤ ਸੁਣਨ ਤੋਂ ਜਾਂ ਕੋਈ ਉਸ ਨੂੰ ਗਾਉਣ ਤੋਂ ਜਿਹੜਾ ਕਿ ਉਸ ਨੂੰ ਡਿਸਟਰਬ ਕਰੇ। ਅਗਲੀ ਜਿਹੜੀ ਉਸ ਦੀ ਕਲੈਕਸ਼ਨ ਹੈ ਪੋਇਮਸ ਇਨ 2 ਵੋਲੀਅਮ, ਜਿਹੜੀ ਕਿ 1807 ਦੇ ਵਿੱਚ ਪਬਲਿਸ਼ ਹੋਈ ਹੈ। ਇਸ ਦੀ ਜਿਹੜੀ ਪੋਇਮ ਹੈ ਰੈਜ਼ੋਲੂਸ਼ਨ ਐਂਡ ਇੰਡੀਪੈਂਡੈਂਸ। ਇਸ ਦੇ ਵਿੱਚ ਕਵੀ ਆਪਣਾ ਐਕਸਪੀਰੀਅੰਸ ਹੈ ਜਿਹੜਾ ਲੀਚ ਗੈਦਰਰ ਨਾਲ ਕਰਦਾ ਹੈ, ਜੋ ਕਿ ਉਸ ਸਮੇਂ ਮੈਡੀਸਨ ਬਣਾਉਣ ਦੇ ਲਈ ਜੋ ਚੀਜ਼ਾਂ ਲੱਭ ਰਿਹਾ ਸੀ ਬੰਦਾ, ਉਹ ਜਿਹੜਾ ਐਕਸਪੀਰੀਅੰਸ ਹੈ ਉਹ ਇਸ ਕਵਿਤਾ ਦੇ ਵਿੱਚ ਸ਼ੇਅਰ ਕੀਤਾ ਗਿਆ ਹੈ। ਅਗਲੀ ਕਵਿਤਾ ਹੈ ਜੀ ਮਾਈ ਹਾਰਟ ਲੀਪਸ ਅਪ। ਇਸ ਦੇ ਵਿੱਚ ਜਿਹੜਾ ਕਵੀ ਹੈ ਉਹ ਕਹਿੰਦਾ ਹੈ ਕਿ ਜੋ ਬਚਪਨ ਦਾ ਜੋ ਐਕਸਪੀਰੀਅੰਸ ਹੈ ਉਹ ਜਦੋਂ ਅਸੀਂ ਗਰੋਨ ਅਪ ਹੋ ਜਾਂਦੇ ਹਾਂ, ਜਦੋਂ ਅਸੀਂ ਵੱਡੇ ਹੋਣ ਲੱਗ ਜਾਂਦੇ ਹਾਂ, ਅਡਲਟ ਹੋ ਜਾਂਦੇ ਹਾਂ, ਤਾਂ ਉਹ ਜਿਹੜੇ ਐਕਸਪੀਰੀਅੰਸ ਹੈ ਅਸੀਂ ਨੇਚਰ ਦੇ ਨਾਲੋਂ, ਨੇਚਰ ਦੇ ਰੂਲਸ ਦੇ ਨਾਲੋਂ ਟੁੱਟ ਜਾਂਦੇ ਹਾਂ, ਤਾਂ ਉਹ ਸਾਡਾ ਕਨੈਕਸ਼ਨ ਟੁੱਟ ਜਾਂਦਾ ਹੈ। ਇਸ ਕਰਕੇ ਉਹ ਚਾਈਲਡਹੁੱਡ ਨੂੰ ਇੱਕ ਚੰਗੀ ਅਵਸਥਾ ਮੰਨਦਾ ਹੈ। ਅਤੇ ਇਹਦੀ ਬੜੀ ਫੇਮਸ ਲਾਈਨ ਹੈ ਦਾ ਚਾਈਲਡ ਇਜ਼ ਫਾਦਰ ਆਫ ਮੈਨ, ਉਹ ਵੀ ਇਸ ਪੋਇਮ ਦੇ ਵਿੱਚੋਂ ਲਈ ਗਈ ਹੈ। ਨੈਕਸਟ ਇਸ ਦੀ ਪੋਇਮ ਹੈ ਜੀ ਓਡ ਇਮੀਟੇਸ਼ਨਸ ਆਫ ਇਮਰਟੈਲਿਟੀ। ਇਸ ਕਵਿਤਾ ਦੇ ਵਿੱਚ ਜਿਹੜਾ ਵਰਡਸਵਰਥ ਹੈ ਉਹ ਉਹੀ ਗੱਲ ਜਿਹੜਾ ਕਿ ਜਦੋਂ ਬਚਪਨ ਤੋਂ ਉਸ ਦਾ ਗਰੋਥ ਹੋਣੀ ਸ਼ੁਰੂ ਹੋ ਜਾਂਦੀ ਹੈ, ਜਦੋਂ ਅਡਲਟ ਹੋਣ ਲੱਗ ਜਾਂਦਾ ਹੈ, ਤਾਂ ਉਸ ਦੇ ਨਾਲ ਨੇਚਰ ਤੋਂ ਆਪਣਾ ਉਸਦਾ ਕਨੈਕਸ਼ਨ ਹੈ ਜਿਹੜਾ ਉਹ ਕੱਟਦਾ ਜਾਂਦਾ ਹੈ ਅਤੇ ਨਾਲ ਦੀ ਨਾਲ ਪਰਮਾਤਮਾ ਤੋਂ ਵੀ ਉਸ ਦਾ ਜਿਹੜਾ ਕਨੈਕਸ਼ਨ ਹੈ ਉਹ ਘੱਟ ਹੁੰਦਾ ਜਾਂਦਾ ਹੈ। ਜਦੋਂ ਅਸੀਂ ਗਰੋਨ ਅਪ ਹੋ ਜਾਂਦੇ ਹਾਂ, ਮਤਲਬ ਜਿਸ ਤਰ੍ਹਾਂ ਨਾਲ ਅਸੀਂ ਕਹਿੰਦੇ ਹਾਂ ਕਿ ਜਦੋਂ ਅਸੀਂ ਸਮਝਦਾਰ ਹੋਣ ਲੱਗ ਜਾਂਦੇ ਹਾਂ ਤਾਂ ਅਸੀਂ ਨੇਚਰ ਤੋਂ ਦੂਰ ਹੋ ਜਾਂਦੇ ਹਾਂ, ਅਸੀਂ ਗੋਡ ਤੋਂ ਵੀ ਦੂਰ ਹੋ ਜਾਂਦੇ ਹਾਂ। ਤਾਂ ਉਹ ਸੇਮ ਐਕਸਪੀਰੀਅੰਸ ਹੈ ਜਿਹੜਾ ਉਹ ਸਾਨੂੰ ਦੱਸਦਾ ਹੈ, ਕਿਉਂਕਿ ਵਰਡਸਵਰਥ ਕਹਿੰਦਾ ਹੈ ਕਿ ਅਸਲ ਜਿਹੜਾ ਐਕਸਪੀਰੀਅੰਸ ਹੈ ਉਹ ਸਾਨੂੰ ਬਚਪਨ ਦੇ ਵਿੱਚ ਬੜੀ ਸਿੰਪਲਿਸਿਟੀ, ਹਰਟ ਦੀ ਜਿਹੜੀ ਸਿੰਪਲਿਸਿਟੀ ਹੈ ਉਸ ਦੇ ਨਾਲ ਹੀ ਅਸੀਂ ਜਿਹੜਾ ਸਹੀ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰ ਸਕਦੇ ਹਾਂ। ਅਗਲੀ ਕਵਿਤਾ ਜਿਹੜੀ ਲੰਡਨ 1802। ਇਸ ਦੇ ਵਿੱਚ ਕਵੀ ਹੈ ਜਿਹੜਾ ਉਹ ਮਿਲਟਨ ਨੂੰ ਯਾਦ ਕਰਦਾ ਹੈ। ਉਹਦੀ ਓਪਨਿੰਗ ਲਾਈਨ ਹੀ ਹੈ ਮਿਲਟਨ ਥਾਊ ਸ਼ੁਡੈਸਟ ਬੀ ਲਿਵਿੰਗ ਐਟ ਦਿਸ ਔਰ। ਇਸ ਦੇ ਵਿੱਚ ਵਰਡਸਵਰਥ ਹੈ ਜਿਹੜਾ ਉਹ ਇੰਗਲੈਂਡ ਦੀ ਜਿਹੜੀ ਪ੍ਰੈਜੈਂਟ ਸਿਚੁਏਸ਼ਨ ਹੈ ਜਿਹੜੀ ਬੜੀ ਕਰਪਟ ਹੋ ਚੁੱਕੀ ਹੈ, ਜਿਸ ਦੇ ਵਿੱਚ ਉਸ ਨੂੰ ਬਹੁਤ ਜ਼ਿਆਦਾ ਨਿਰਾਸ਼ਾ ਹੋ ਰਹੀ ਹੈ, ਤਾਂ ਉਹ ਦੁਬਾਰਾ ਤੋਂ ਯਾਦ ਕਰਦਾ ਹੈ ਮਿਲਟਨ ਦਾ ਟਾਈਮ। ਅਗਲੀ ਜਿਹੜੀ ਕਵਿਤਾ ਹੈ ਜੀ ਦ ਵਰਲਡ ਇਜ਼ ਟੂ ਮਚ ਵਿਦ ਅਸ। ਇਸ ਕਵਿਤਾ ਦੇ ਵਿੱਚ ਕਵੀ ਦੱਸਦਾ ਹੈ ਕਿ ਇੱਕ ਮਾਡਰਨ ਮੈਨ ਹੈ ਜਿਹੜਾ ਉਹ ਨੇਚਰ ਨਾਲੋਂ ਕਿਸ ਤਰ੍ਹਾਂ ਨਾਲ ਡਿਟੈਚ ਹੋ ਗਿਆ। ਉਹ ਆਪਣਾ ਸਾਰਾ ਕੰਮ ਪੈਸੇ ਕਮਾਉਣ ਦੇ ਵਿੱਚ ਜਾਂ ਵਰਲਡਲੀ ਜਿਹੜੀ ਮਟੀਰੀਅਲ ਆਬਜੈਕਟਸ ਹੈ ਜਿਹੜੇ ਉਹਨਾਂ ਨੂੰ ਕਲੈਕਟ ਕਰਨ ਦੇ ਵਿੱਚ ਹੀ ਲਗਾਇਆ ਰੱਖਦਾ ਹੈ, ਅਤੇ ਉਹ ਨੇਚਰ ਦੇ ਨਾਲੋਂ ਉਸ ਦਾ ਬਿਲਕੁਲ ਡਿਸਕਨੈਕਟ ਹੋ ਗਿਆ। ਅਤੇ ਇਸ ਕਰਕੇ ਕਵੀ ਚਾਹੁੰਦਾ ਹੈ ਕਿ ਉਹ ਇੱਕ ਤਰ੍ਹਾਂ ਨਾਲ ਪੈਂਗਨ ਹੀ ਹੋਵੇ। ਪੈਂਗਨ ਉਹ ਲੋਕਾਂ ਨੂੰ ਕਿਹਾ ਜਾਂਦਾ ਹੈ ਜੋ ਕਿ ਕੁਦਰਤ ਦੇ ਜਿਹੜੇ ਦੇਵਤੇ ਹੈ ਉਹਨਾਂ ਦੀ ਪੂਜਾ ਕਰਦੇ ਆ, ਅਤੇ ਕਵੀ ਆਪਣੇ ਆਪ ਨੂੰ ਪੈਂਗਨ ਹੋਣਾ ਸਮਝਦਾ ਹੈ। ਅਗਲੀ ਜਿਹੜੀ ਇਸ ਦੀ ਪੋਇਮ ਹੈ ਜੀ ਓਡ ਟੂ ਡਿਊਟੀ। ਇਸ ਕਵਿਤਾ ਦੇ ਵਿੱਚ
ਡਿਊਟੀ ਨੂੰ ਪਰਸੋਨੀਫਾਈ ਕੀਤਾ ਗਿਆ, ਉਸਦਾ ਮਾਨਵੀਕਰਨ ਕੀਤਾ ਗਿਆ। ਡਿਊਟੀ ਜਿਸ ਤਰ੍ਹਾਂ ਨਾਲ ਇੱਕ ਵਿਅਕਤੀ ਹੁੰਦੀ ਹੈ, ਉਸ ਤਰ੍ਹਾਂ ਨਾਲ ਵਰਡਸਵਰਥ ਉਸ ਨੂੰ ਸੰਬੋਧਨ ਕਰਦਾ ਹੈ। ਅਤੇ ਇਸ ਦੇ ਵਿੱਚ ਉਹ ਕਹਿੰਦਾ ਹੈ ਕਿ ਉਹ ਡਿਊਟੀ ਹੈ ਜਿਹੜੀ ਉਸ ਨੂੰ ਗਾਈਡ ਕਰੇ ਕਿ ਕਿਸ ਤਰ੍ਹਾਂ ਨਾਲ ਉਹ ਕੁਦਰਤ ਦੇ ਜਾਂ ਪਰਮਾਤਮਾ ਦੇ ਜਿਹੜੇ ਬਣਾਏ ਹੋਏ ਨਿਯਮ ਹੈ ਉਹਨਾਂ ਦੇ ਉੱਪਰ ਆਪਣੇ ਆਪ ਨੂੰ ਖੜਾ ਕਰ ਸਕੇ, ਉਹਨਾਂ ਦੇ ਅਨੁਸਾਰ ਚੱਲ ਸਕੇ। ਅਗਲੀ ਜਿਹੜੀ ਉਸ ਦੀ ਬੜੀ ਫੇਮਸ ਪੋਇਮ ਹੈ ਜਿਹੜੀ ਡੈਫੋਡਿਲਸ, ਇਸ ਦੇ ਵਿੱਚ ਜਿਹੜੀ ਵਰਡਸਵਰਥ ਦੀ ਉਹੀ ਫਿਲਾਸਫੀ ਜਿਹਨੂੰ ਅਸੀਂ ਕਹਿੰਦੇ ਹਾਂ ਪੋਇਟਰੀ ਇਜ਼ ਸਪੋਂਟੇਨੀਅਸ ਓਵਰਫਲੋ ਆਫ ਪਾਵਰਫੁਲ ਫੀਲਿੰਗ, ਤਾਂ ਇਸੇ ਕਵਿਤਾ ਦੇ ਵਿੱਚ ਉਹ ਫਿਰ ਤੋਂ ਅਪਲਾਈ ਹੁੰਦੀ ਹੈ ਕਿ ਜਦੋਂ ਕਵੀ ਬਹੁਤ ਸਾਰਾ ਜਿਹੜਾ ਡੈਫੋਡਿਲਸ ਦੇ ਫੁੱਲਾਂ ਦੀ ਜਿਹੜਾ ਪੂਰਾ ਖੇਤ ਹੈ ਉਸ ਨੂੰ ਦੇਖਦਾ ਹਵਾ ਦੇ ਵਿੱਚ, ਉਹ ਫੁੱਲ ਜਿਹੜੇ ਨਾਚ ਕਰ ਰਹੇ ਹੈ, ਤਾਂ ਕਵੀ ਕਹਿੰਦਾ ਹੈ ਕਿ ਉਦੋਂ ਉਸ ਨੂੰ ਬਹੁਤ ਜ਼ਿਆਦਾ ਆਨੰਦ ਦੀ ਜਿਹੜੀ ਪ੍ਰਾਪਤੀ ਹੋਈ ਹੈ। ਅਤੇ ਕਵੀ ਬਾਅਦ ਦੇ ਵਿੱਚ ਵੀ ਜੋ ਕਿ ਉਸ ਦੀ ਯਾਦ ਦੇ ਵਿੱਚ ਹੈ ਇਹ ਐਕਸਪੀਰੀਅੰਸ, ਜਦੋਂ ਕਦੇ ਵੀ ਕਵੀ ਉਦਾਸ ਹੁੰਦਾ ਤਾਂ ਉਹ ਉਸੇ ਐਕਸਪੀਰੀਅੰਸ ਨੂੰ ਦੁਬਾਰਾ ਤੋਂ ਯਾਦ ਕਰਕੇ ਫਿਰ ਆਪਣੇ ਆਪ ਨੂੰ ਉਸੇ ਆਨੰਦ ਦੇ ਵਿੱਚ ਮਹਿਸੂਸ ਕਰਦਾ ਹੈ। ਅਗਲੀ ਜਿਹੜੀ ਇਸ ਦੀ ਬੜੀ ਫੇਮਸ ਅਤੇ ਬੜੀ ਲੌਂਗ ਜਿਹੜੀ ਨੈਰੇਟਿਵ ਪੋਇਮ ਹੈ ਉਹ ਪ੍ਰੀਲਿਊਡ ਔਰ ਗਰੋਥ ਆਫ ਪੋਇਟਸ ਮਾਈਂਡ, ਜਿਹੜੀ ਕਿ 1850 ਦੇ ਵਿੱਚ ਪਬਲਿਸ਼ ਹੋਈ ਸੀ। ਇਹ ਆਟੋਬਾਇਓਗ੍ਰਾਫੀਕਲ ਪੋਇਮ ਹੈ ਜਿਹੜੀ ਕਿ ਬਲੈਂਕ ਵਰਸ ਦੇ ਵਿੱਚ ਲਿਖੀ ਗਈ ਹੈ, ਅਤੇ ਇਸ ਦੇ ਵਿੱਚ 14 ਬੁੱਕਸ ਦੇ ਵਿੱਚ ਇਹ ਕਵਿਤਾ ਲਿਖੀ ਗਈ ਹੈ। ਇਸ ਦੇ ਵਿੱਚ ਇਮੇਜਰੀ, ਡਿਕਸ਼ਨ, ਉਹ ਜਿਹੜਾ ਪੂਰਾ ਨੈਚੁਰਲ ਇਨਵਾਇਰਮੈਂਟ ਹੈ ਜਿਹੜਾ ਕਿ ਅਸੀਂ ਵਰਡਸਵਰਥ ਦੀ ਪੂਰੀ ਪੋਇਟਰੀ ਦੇ ਵਿੱਚ ਦੇਖਦੇ ਹਾਂ, ਉਹ ਵੀ ਇਹਦੇ ਵਿੱਚ ਦੱਸਿਆ ਗਿਆ। ਅਤੇ ਇਸ ਕਵਿਤਾ ਦੇ ਵਿੱਚ ਜਦੋਂ ਉਹ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਉਸ ਨੂੰ ਐਕਸਪੀਰੀਅੰਸਿਸ ਹੋਏ ਹੈ ਤਾਂ ਉਹ ਸਾਰਿਆਂ ਨੂੰ ਇੱਕ ਬੜੇ ਫਿਲਸੋਫੀਕਲ ਅਤੇ ਸਾਈਕੋਲੋਜੀਕਲ ਇਨਸਾਈਟਸ ਦੇ ਨਾਲ ਉਹ ਇਸ ਕਵਿਤਾ ਦੇ ਵਿੱਚ ਡਿਸਕਰਾਈਬ ਕੀਤੇ ਗਏ ਹੈ ਜੀ। ਤਾਂ ਇਹ ਸਾਡੀ ਵਰਡਸਵਰਥ ਬਾਰੇ ਥੋੜ੍ਹੀ ਬਰੀਫ ਇੰਟਰੋਡਕਸ਼ਨ ਸੀ। ਥੈਂਕ ਯੂ ਸੋ ਮਚ।